ਦੇ ਕਰ ਹੱਥ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਾਹਿਬ। ਮੈਂ ਤੁਧ ਆਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋ ਬੇਨੰਤੀ। ਮੇਰਾ ਦੁੱਖ ਸੁਖ ਤੁਝ ਹੀ ਪਾਸ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਗੋਦ ਦੇ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਅੰਦਰ ਜੋ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਉਸ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਗੁਰੂ ਦਰਬਾਰ ਵਿੱਚ ਜੁੜ ਬੈਠੇ ਸਤ ਸੰਗੀ ਜਨੋ, ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੱਲ ਆਪਣੇ ਪ੍ਰਥਮ ਸ਼ਲੋਕ ਦੇ ਅੰਦਰ ਉਸ ਮਨੁੱਖ ਦੀ ਮਾਨਸਿਕ ਔਰ ਅਧਿਆਤਮਿਕ ਬਨਾਵਟ ਦਾ ਰਚਨਾ ਦਾ ਜ਼ਿਕਰ ਕੀਤਾ ਹੈ, ਜੋ ਪਰਮੇਸ਼ਰ ਦੇ ਨਾਲ ਜੁੜ ਜਾਂਦਾ ਹੈ। ਪਰਮੇਸ਼ਰ ਦੇ ਨਾਲ ਜਿਹੜੇ ਮਨੁੱਖ ਦਾ ਪਿਆਰ ਪੈਂਦਾ ਹੈ, ਉਸ ਦਾ ਪਹਿਲਾ ਲੱਛਣ ਹੈ ਜਿੱਥੇ ਵੀ ਉਹ ਬੈਠਦਾ ਹੈ ਹਮੇਸ਼ਾ ਸੱਚਾਈ ਦੀ ਵਿਚਾਰ ਕਰਦਾ ਹੈ, ਯਥਾਰਥ ਦੀ ਵਿਚਾਰ ਕਰਦਾ ਹੈ, ਜੋ ਚੀਜ਼ ਸਦੀਵੀ ਨਿਭਣੀ ਹੈ ਉਸ ਦੇ ਬਾਰੇ ਗੱਲ ਕਰਦਾ ਹੈ। ਦੂਜੀ ਗੱਲ ਮਹਾਰਾਜ ਕਹਿੰਦੇ ਉਹਦੇ ਜਿਹੜੇ ਨੇਤਰ ਨੇ ਉਹ ਨੇਤਰ ਪਰਾਏ ਰੂਪ ਨੂੰ ਪਰਾਏ ਧਨ ਨੂੰ ਵੇਖ ਕੇ ਮੋਹਿਤ ਨਹੀਂ ਹੁੰਦੇ। ਹਰੇਕ ਰੂਪ ਦੇ ਪਿੱਛੇ ਉਹ ਜਿਹੜਾ ਅਨੂਪ ਪਰਮਾਤਮਾ ਹੈ, ਉਹ ਅਰੂਪ ਪਰਮਾਤਮਾ ਜਿਹਦੇ ਤੋਂ ਸਾਰੇ ਹੀ ਰੂਪ ਆ ਰਹੇ ਹਨ, ਉਹ ਮਨੁੱਖ ਉਸ ਨੂੰ ਵੇਖਣਾ ਆਰੰਭ ਕਰਦਾ ਹੈ। ਤੀਸਰੀ ਗੱਲ ਮਹਾਰਾਜ ਸਾਹਿਬ ਕਹਿੰਦੇ ਨੇ, ਕੰਨਾਂ ਦੇ ਥਾਣੀ ਉਹ ਮਨੁੱਖ ਕਿਸੇ ਦੀ ਨਿੰਦਿਆ ਨਹੀਂ ਸੁਣਦਾ। ਉਸ ਨੂੰ ਪਤਾ ਲੱਗ ਜਾਂਦਾ ਹੈ ਦੁਨੀਆ ਦੇ ਉੱਤੇ ਕੋਈ ਵੀ ਆਚਰਣ, ਦੁਨੀਆ ਦੇ ਉੱਤੇ ਕੋਈ ਵੀ ਮਾਨ ਮਰਿਆਦਾ ਸਥਿਰ ਨਹੀਂ ਹੈ। ਕੀ ਪਤਾ ਲੱਗਦਾ ਹੈ ਜੋ ਜਿਨ੍ਹਾਂ ਦੀ ਅੱਜ ਬਹੁਤ ਪ੍ਰਤਿਸ਼ਠਾ ਹੈ, ਬਹੁਤ ਮਾਣ ਹੈ, ਕੱਲ ਨੂੰ ਰਸਾਤਲ ਵਿੱਚ ਚਲੇ ਜਾਣ। ਜੋ ਅੱਜ ਰਸਾਤਲ ਤੇ ਪਏ ਨੇ, ਕੀ ਪਤਾ ਕੱਲ ਨੂੰ ਆਕਾਸ਼ਾਂ ਦੇ ਵਿੱਚ ਸੈਰ ਕਰਦੇ ਫਿਰਨ। ਇਸ ਚੀਜ਼ ਦਾ ਉਸ ਨੂੰ ਪਤਾ ਲੱਗ ਜਾਂਦਾ ਹੈ। ਚੌਥੀ ਗੱਲ, ਉਸ ਦਾ ਮਨ ਵਾਸ਼ਨਾਵਾਂ ਦੀਆਂ ਤਰੰਗਾਂ ਨੂੰ ਚੁੱਕਣਾ ਬੰਦ ਕਰ ਦਿੰਦਾ ਹੈ, ਕਿਉਂਕਿ ਪਰਮੇਸ਼ਰ ਦੇ ਨਾਂ ਦੀਆਂ ਤਰੰਗਾਂ ਹੌਲੀ ਹੌਲੀ ਜਿਹੜੀ ਸਮਝ ਹੁੰਦੀ ਹੈ ਉਸ ਦੀ ਵੱਧਦੀ ਜਾਂਦੀ ਹੈ, ਜਿਹੜੇ ਵਿਕਾਰਾਂ ਤੋਂ ਮਨ ਖਲਾਸੀ ਕਰਨੀ ਸ਼ੁਰੂ ਕਰ ਦਿੰਦਾ ਹੈ। ਜਿੰਨੇ ਮਾੜੇ ਵਿਚਾਰ ਉਸ ਦੇ ਅੰਦਰ ਪੈਦਾ ਹੁੰਦੇ ਨੇ ਜਾਂ ਮੈਲ ਦੇ ਰੂਪ ਵਿੱਚ ਅੰਦਰ ਲੱਗੇ ਹੋਏ ਨੇ, ਹੌਲੀ ਹੌਲੀ ਉਹ ਬੰਦ ਹੋ ਜਾਂਦੇ ਨੇ। ਔਰ ਅੰਤ ਦੇ ਵਿੱਚ ਮਹਾਰਾਜ ਜੀ ਨੇ ਕਿਹਾ ਸੀ, ਕਰੋੜਾਂ ਮਨੁੱਖਾਂ ਦੇ ਅੰਦਰ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ ਜਿਸ ਨੇ ਆਪਣੀਆਂ ਇਹਨਾਂ ਇੰਦਰੀਆਂ ਨੂੰ ਜਿੱਤਿਆ ਹੋਏ, ਜਿਨੇ ਆਪਣੀਆਂ ਕੰਨਾਂ ਤੇ ਔਰ ਆਪਣੀ ਜ਼ੁਬਾਨ ਤੇ ਕਾਬੂ ਪਾਇਆ ਹੋਏ। ਸਾਧ ਸੰਗਤ ਅਕਸਰ ਮੈਂ ਇੱਕ ਗੱਲ ਸੰਗਤ ਦੇ ਸਨਮੁਖ ਕਰਿਆ ਕਰਦਾ। ਗੁਰੂ ਜੀ ਕਹਿੰਦੇ ਨੇ, ਜਿਸ ਮਨੁੱਖ ਦਾ ਆਪਣੀ ਜ਼ੁਬਾਨ ਤੇ ਕਾਬੂ ਹੈ
ਜ਼ੁਬਾਨ ਦੀਆਂ ਸ਼ਬਦਾਂ ਤੇ ਕਾਬੂ ਹੈ, ਉਹ ਮਨੁੱਖ ਦੁਨੀਆ ਦਾ ਸਰਵਸ਼੍ਰੇਸ਼ਟ ਮਨੁੱਖ ਹੈ। ਔਰ ਮੈਂ ਇੱਕ ਦਿਨ ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਮਨੁੱਖ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਉਸ ਦੀ ਵਿਚਾਰ ਜ਼ਰੂਰ ਕਰਨੀ ਚਾਹੀਦੀ ਹੈ। ਚਾਣਿਕ ਨੀਤੀ ਨਾਂ ਦਾ ਇੱਕ ਗ੍ਰੰਥ ਹੋਇਆ ਹੈ, ਚਾਣਕਿਆ ਨੇ ਉਹਨੂੰ ਲਿਖਿਆ ਹੈ। ਉਹਦੇ ਵਿੱਚ ਇਸ ਨੀਤੀ ਨੂੰ ਕਹਿੰਦਿਆਂ ਉਹ ਗੱਲ ਕਹਿੰਦਾ ਹੈ, ਜਿਹੜੇ ਮਨੁੱਖ ਬੋਲਣ ਤੋਂ ਪਹਿਲਾਂ ਜੋ ਕੁਝ ਬੋਲ ਰਹੇ ਨੇ ਉਹਦੀ ਵਿਚਾਰ ਨਹੀਂ ਕਰਦੇ, ਜ਼ਿੰਦਗੀ ਵਿੱਚ ਉਹਨਾਂ ਨੂੰ ਉਹ ਬੋਲੇ ਹੋਏ ਸ਼ਬਦਾਂ ਦੇ ਗਹਿਨ ਪਰਿਣਾਮ ਨੇ, ਜਿਹੜੇ ਰਿਜ਼ਲਟ ਨੇ, ਮਾੜੇ ਰਿਜ਼ਲਟ, ਉਹਨਾਂ ਨੂੰ ਟੈਕਲ ਕਰਨ ਦੇ ਲਈ, ਉਹਨਾਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ। ਕਿਉਂਕਿ ਸਭ ਤੋਂ ਵੱਡੀ ਗੱਲ ਹੈ, ਮਨੁੱਖ ਜੋ ਕੁਝ ਵੀ ਬੋਲ ਰਿਹਾ ਹੈ ਉਸ ਬੋਲ ਦੀ ਵਿਚਾਰ ਜ਼ਰੂਰ ਕਰੇ। ਭਾਵੇਂ ਘੱਟ ਬੋਲੇ, ਪਰ ਜੋ ਵੀ ਬੋਲੇ ਸਾਰਥਕ ਬੋਲੇ। ਔਰ ਇਹ ਜ਼ਰੂਰੀ ਨਹੀਂ ਹੁੰਦਾ ਹਰੇਕ ਕਿਸੇ ਦੀ ਹਰੇਕ ਗੱਲ ਦਾ ਜਵਾਬ ਦੇਣਾ। ਸਾਧ ਸੰਗਤ ਦੀ ਯਾਦ ਰੱਖਣਾ, ਜੋ ਕੁਝ ਵੀ ਮਨੁੱਖ ਜਵਾਬ ਦਿੰਦਾ ਹੈ, ਬੜੇ ਲੋਕ ਆਪਣੀ ਜ਼ਿੰਦਗੀ ਦੀ એનર્ਜੀ ਕਿਸੇ ਦੀਆਂ ਅਜਾਈ ਗੱਲਾਂ ਦਾ ਜਵਾਬ ਦੇਣ ਤੇ ਲਾਉਂਦੇ ਰਹਿੰਦੇ ਨੇ। ਇਹ ਜ਼ਰੂਰੀ ਨਹੀਂ ਹੁੰਦਾ ਹਰੇਕ ਮਨੁੱਖ ਦੀ ਹਰੇਕ ਗੱਲ ਦਾ ਜਵਾਬ ਦਿੱਤਾ ਜਾਏ। ਕਈ ਵਾਰੀ ਮਨੁੱਖ ਦੀ ਖਾਮੋਸ਼ੀ ਵੱਡੀਆਂ ਵੱਡੀਆਂ ਚੀਜ਼ਾਂ ਦਾ ਜਵਾਬ ਦੇ ਜਾਂਦੀ ਹੈ। ਕਈ ਵਾਰੀ ਮਨੁੱਖ ਦਾ ਚੁੱਪ ਰਹਿਣਾ ਹੀ ਬਹੁਤ ਜਵਾਬ ਦੇ ਦਿੰਦਾ ਹੈ। ਮੈਨੂੰ ਯਾਦ ਆਉਂਦਾ ਹੈ, ਇੱਕ ਵਾਰ ਮਹਾਤਮਾ ਬੁੱਧ ਬੈਠੇ ਸਨ, ਕਿਸੇ ਨੇ ਆ ਕੇ ਉਹਨਾਂ ਦੇ ਉੱਤੇ ਥੁੱਕ ਦਿੱਤਾ। ਜਿਵੇਂ ਹੀ ਥੁੱਕਿਆ, ਮਹਾਤਮਾ ਬੁੱਧ ਚੁੱਪ ਬੈਠੇ ਨੇ ਤੇ ਉਹਨਾਂ ਨੇ ਮੂੰਹ ਚੋਂ ਬਚਨ ਕਿਹਾ, ਕਹਿੰਦੇ ਭਾਈ ਹੋਰ ਵੀ ਕੁਝ ਕਹਿਣਾ ਹੈ? ਉਹ ਕਹਿੰਦਾ ਮੈਂ ਤੁਹਾਡੇ ਤੇ ਥੁੱਕਿਆ, ਤੁਸੀਂ ਕੋਈ ਪ੍ਰਤੀਕਰਮ ਨਹੀਂ ਕੀਤਾ ਇਹਦਾ। ਉਹ ਕਹਿੰਦਾ ਨਹੀਂ, ਮੈਂ ਤੇਰਾ ਗੁਲਾਮ ਨਹੀਂ ਆ, ਤੂੰ ਮੇਰੇ ਤੇ ਥੁੱਕਿਆ, ਇਹ ਵੀ ਤੇਰੀ ਇੱਕ ਬੋਲੀ ਹੈ। ਕਿਉਂਕਿ ਸਾਧ ਸੰਗਤ, ਅਸੀਂ ਕਿਸੇ ਨੂੰ ਮਾਰਦੇ ਹਾਂ, ਮਾਰਨਾ ਵੀ ਇੱਕ ਬੋਲੀ ਹੈ। ਕਿਸੇ ਦੇ ਬਾਰੇ ਅਪਸ਼ਬਦ ਬੋਲਦੇ ਹਾਂ, ਅਪਸ਼ਬਦ ਬੋਲਣਾ ਵੀ ਇੱਕ ਬੋਲੀ ਹੈ। ਕਿਸੇ ਦੇ ਉੱਤੇ ਥੁੱਕ ਰਹੇ ਹਾਂ, ਥੁੱਕਣਾ ਵੀ ਇੱਕ ਬੋਲੀ ਹੈ। ਉਹਨਾਂ ਤੂੰ ਕ੍ਰੋਧ ਦੇ ਵਿੱਚ ਆ ਕੇ ਮੇਰੇ ਤੇ ਥੁੱਕਿਆ ਹੈ, ਪਰ ਜੇ ਤੂੰ ਇਹ ਸੋਚ ਰਿਹਾ ਹੈ ਤੂੰ ਕ੍ਰੋਧ ਦੇ ਵਿੱਚ ਥੁੱਕਿਆ, ਮੈਂ ਵੀ ਕ੍ਰੋਧ ਕਰਾਂ, ਕਹਿੰਦਾ ਮੈਂ ਤੇਰਾ ਗੁਲਾਮ ਨਹੀਂ ਆ। ਜੋ ਸ਼ਬਦ ਤੂੰ ਮੈਨੂੰ ਕਹੇ ਨੇ ਉਹਨਾਂ ਸ਼ਬਦਾਂ 'ਚ ਮੈਂ ਤੈਨੂੰ ਜਵਾਬ ਦੇਵਾਂ, ਕਹਿੰਦਾ ਨਹੀਂ, ਮੈਂ ਆਪਣੇ ਆਪ ਦੇ ਉੱਤੇ ਕਾਬੂ ਪਾਇਆ ਹੈ, ਮੈਂ ਗੁਲਾਮੀ ਵਿੱਚ ਨਹੀਂ ਜੀ ਰਿਹਾ। ਤੇਰੇ ਹਰੇਕ ਕਰਮ ਦਾ ਪ੍ਰਤੀਕਰਮ ਕਰਾਂ, ਮੈਂ ਐਸਾ ਨਹੀਂ ਹਾਂ। ਕਹਿੰਦੇ ਉਹ ਚਲਾ ਗਿਆ। ਅਗਲੇ ਦਿਨ ਮਹਾਤਮਾ ਬੁੱਧ ਕੋਲ ਆਇਆ, ਉਹਦੇ ਪੈਰਾਂ ਵਿੱਚ ਲੰਮਾ ਪੈ ਗਿਆ। ਇੰਨੇ ਅਥਰੂ ਵਗਾਏ ਨੇ, ਪੈਰਾਂ ਤੇ ਅਥਰੂ ਡਿੱਗਦੇ ਨੇ ਮਹਾਤਮਾ ਬੁੱਧ ਦੇ। ਮਹਾਤਮਾ ਬੁੱਧ ਕਹਿੰਦਾ ਹੈ ਤੂੰ ਮੇਰੇ ਅੱਗੇ ਰੋ ਕਿਉਂ ਰਿਹਾ? ਕਹਿੰਦੇ ਚੁੱਪ ਰਿਹਾ। ਕਹਿੰਦੇ ਦੱਸ ਕਿਉਂ ਰੋ ਰਿਹਾ? ਕਹਿੰਦੇ ਮੈਂ ਮਾਫੀ ਮੰਗਣੀ ਹੈ। ਕਹਿੰਦੇ ਮੈਂ ਤੈਨੂੰ ਕੁਝ ਕਿਹਾ ਹੀ ਨਹੀਂ, ਮਾਫੀ ਕਿਸ ਚੀਜ਼ ਦੀ? ਕਹਿੰਦੇ ਮੈਂ ਤੁਹਾਡੇ ਤੇ ਥੁੱਕਿਆ ਹੈ, ਤੁਹਾਡੇ ਤੇ ਥੁੱਕਿਆ, ਉਸ ਚੀਜ਼ ਦੀ ਮੈਂ ਮਾਫੀ ਮੰਗਣ ਲਈ ਹੈ। ਮਹਾਤਮਾ ਬੁੱਧ ਕਹਿੰਦੇ ਨੇ ਕੱਲ ਥੁੱਕ ਕੇ ਚਲਾ ਗਿਆ ਸੀ, ਅੱਜ ਮਾਫੀ ਮੰਗ ਰਿਹਾ, ਮੈਂ ਅੱਜ ਵੀ ਆਪਣੀ ਗੱਲ ਤੇ ਅਡੋਲ ਆ, ਮੈਂ ਤੇਰਾ ਗੁਲਾਮ ਨਹੀਂ ਆ। ਅੱਜ ਤੂੰ ਮਾਫੀ ਮੰਗ ਰਿਹਾ, ਮੈਂ ਤੇਰੇ ਨਾਲ ਸੰਵੇਦਨਾਵਾਂ ਜੋੜ ਲਵਾਂ ਨਹੀਂ, ਮੈਂ ਦੋਨੋਂ ਅਵਸਥਾਵਾਂ ਵਿੱਚ ਬਰਾਬਰ ਹੀ ਖੜਾ। ਇਸ ਕਰਕੇ ਸਾਧ ਸੰਗਤ ਮਹਾਰਾਜ ਕਹਿੰਦੇ ਨੇ ਜ਼ੁਬਾਨ ਦੇ ਵਿੱਚੋਂ ਕੋਈ ਵੀ ਸ਼ਬਦ ਬੋਲਣ ਤੋਂ ਪਹਿਲਾਂ ਮਨੁੱਖ ਨੂੰ ਸ਼ਬਦਾਂ ਦੇ ਬਾਰੇ ਚੰਗੀ ਤਰ੍ਹਾਂ ਜਾਣ ਲੈਣਾ ਚਾਹੀਦਾ ਹੈ। ਸ਼ਬਦ ਉਹ ਵੱਡਾ ਤੀਰ ਹੈ ਜੋ ਇੱਕ ਵਾਰੀ ਪੱਥੇ ਚੋਂ ਨਿਕਲ ਗਿਆ ਮੁੜ ਕੇ ਵਾਪਸ ਨਹੀਂ ਆਉਂਦਾ। ਇਸ ਕਰਕੇ ਕਰਨ ਦੇ ਥਾਣੀ, ਕੰਨਾਂ ਦੇ ਥਾਣੀ ਕਿਸੇ ਦੀ ਨਿੰਦਾ ਸੁਣਨੀ ਔਰ ਜ਼ੁਬਾਨ ਦੇ ਥਾਣੀ ਕਿਸੇ ਦੀ ਨਿੰਦਾ ਕਰਨੀ ਸਭ ਤੋਂ ਵੱਡਾ ਦੋਸ਼ ਮਹਾਰਾਜ ਨੇ ਬਾਣੀ 'ਚ ਗਿਣਿਆ ਹੈ। ਇਸ ਕਰਕੇ ਸੱਚੇ ਪਾਤਸ਼ਾਹ ਅੱਜ ਅਗਲੀ ਪੰਕਤੀ ਦੇ ਵਿੱਚ ਕਹਿੰਦੇ ਨੇ, ਅਸਲ ਦੇ ਵਿੱਚ ਵੈਸ਼ਨੋ ਮਹਾਰਾਜ ਦੇ ਸ਼ਬਦ ਵਰਤਦੇ ਨੇ, ਵੈਸ਼ਨੋ, ਵੈਸ਼ਨਵ ਮਤ ਸਾਡੇ ਦੇਸ਼ ਵਿੱਚ ਚੱਲਿਆ ਹੈ। ਇਹਨੂੰ ਵਿਸ਼ਨੂੰ ਜੀ ਤੋਂ ਮੰਨਿਆ ਜਾਂਦਾ ਹੈ ਔਰ ਇਹਨਾਂ ਦੇ ਅੱਗੇ 5 ਅਵਤਾਰ ਹੋਰ ਵੀ ਮੰਨੇ ਜਾਂਦੇ ਨੇ।
ਜਿਵੇਂ ਸਾਡੇ ਦੇਸ਼ 24 ਅਵਤਾਰਾਂ ਦੀ ਕਥਾ ਚੱਲਦੀ ਹੈ, ਜਿੰਨੇ ਵੀ 24 ਅਵਤਾਰਾਂ 'ਚ ਰਾਮ ਜੀ, ਕਲਕੀ, ਵਰਾਹ, ਕਿੰਨੇ ਅਵਤਾਰ ਆ ਜਾਂਦੇ ਨੇ। ਮਹਾਰਾਜ ਕਹਿੰਦੇ ਅਸਲ ਦੇ ਵਿੱਚ ਵੈਸ਼ਨੋ ਉਹ ਹੈ ਜਿਹਦੇ ਤੇ ਰੱਬ ਖੁਸ਼ ਹੁੰਦਾ ਹੈ। ਹਰੇਕ ਕੋਈ ਵੈਸ਼ਨੋ ਨਹੀਂ ਹੈ। ਮੈਂ ਇਵੇਂ ਕਹਿ ਦਿਆਂ, ਅਸਲ ਦੇ ਵਿੱਚ ਗੁਰੂ ਸਾਹਿਬ ਵੀ ਕਹਿੰਦੇ ਨੇ, ਕਹਿੰਦੇ ਜਿੰਨੇ ਵੀ ਧਾਰਮਿਕ ਕਰਮ ਨੇ ਮੈਂ ਕਰਮ ਕਰਨ ਨੂੰ ਤਿਆਰ ਹਾਂ, ਪਰ ਅਸਲ ਦੇ ਵਿੱਚ ਉਹਨਾਂ ਕਰਮਾਂ ਦੇ ਕਰਕੇ ਪ੍ਰਮਾਤਮਾ ਖੁਸ਼ ਹੋਣਾ ਚਾਹੀਦਾ। ਸੱਚੇ ਪਾਤਸ਼ਾਹ ਕਹਿੰਦੇ ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕਿ ਨਹਾਏ ਕਰੀ। ਮੈਂ ਤੀਰਥਾਂ ਦੇ ਇਸ਼ਨਾਨ ਕਰਨ ਨੂੰ ਵੀ ਤਿਆਰ ਹਾਂ। ਭਾਵ ਇੱਥੇ ਤੀਰਥ ਸ਼ਬਦ ਵਰਤ ਕੇ ਸੱਚੇ ਪਾਤਸ਼ਾਹ ਪੂਰੀ ਕਰਮ ਜਮਾਤ ਨੂੰ ਅੱਗੇ ਲਿਆਉਂਦੇ ਨੇ। ਕਹਿੰਦੇ ਦੁਨਿਆਵੀ ਤੌਰ ਤੇ ਸਾਰੇ ਕਰਮ ਕਾਂਡ ਕਰਨ ਨੂੰ ਤਿਆਰ ਹਾਂ, ਪਰ ਜੇ ਉਹਨਾਂ ਕਰਮਾਂ ਕਾਂਡਾਂ ਦੇ ਨਾਲ ਪਰਮੇਸ਼ਰ ਖੁਸ਼ ਹੁੰਦਾ ਹੋਏ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੈਸ਼ਨੋ ਉਹ ਹੈ, ਅਸਲ ਦੇ ਵਿੱਚ ਉਹ ਮਨੁੱਖ ਧਾਰਮਿਕ ਮੰਨਿਆ ਜਾ ਸਕਦਾ ਹੈ ਜਿਹਦੇ ਤੇ ਪ੍ਰਮਾਤਮਾ ਖੁਸ਼ ਹੋਏ। ਜਿਸ ਤੇ ਪ੍ਰਮਾਤਮਾ ਖੁਸ਼ ਹੈ ਫਿਰ ਉਹਦੀ ਨਿਸ਼ਾਨੀ ਕੀ ਹੈ? ਕੁਛ ਨਾ ਕੁਛ ਉਹਦੀ ਨਿਸ਼ਾਨੀ ਹੋਣੀ ਚਾਹੀਦੀ ਹੈ। ਸਾਧ ਸੰਗਤ ਜੈਸਾ ਪਰਮਾਤਮਾ ਹੈ ਐਸੇ ਹੀ ਉਹ ਮਨੁੱਖ ਦੇ ਗੁਣ ਹੁੰਦੇ ਨੇ, ਇਹੀ ਉਹਦੀ ਨਿਸ਼ਾਨੀ ਹੈ। ਜਿਨ੍ਹਾਂ ਨਾ ਵਿਸਰੈ ਨਾਮ ਸੇ ਕਨੇਹਿਆ, ਭੇਦ ਨਾ ਜਾਣਹੁ ਮੂਲ ਸਾਈਂ ਜੇਹਿਆ। ਜੈਸਾ ਪਰਮਾਤਮਾ ਹੈ ਵੈਸਾ ਹੀ ਉਹਦੇ ਅੰਦਰ ਗੁਣ ਹੁੰਦੇ ਨੇ। ਪਰਮਾਤਮਾ ਨਿਰਭਉ ਹੈ, ਐਸਾ ਮਨੁੱਖ ਨਿਰਭਉ ਹੁੰਦਾ ਹੈ। ਪਰਮਾਤਮਾ ਨਿਰਵੈਰ ਹੈ, ਐਸਾ ਮਨੁੱਖ ਨਿਰਵੈਰ ਹੁੰਦਾ ਹੈ। ਪਰਮਾਤਮਾ ਅਕਾਲ ਮੂਰਤ ਹੈ, ਉਹ ਮਨੁੱਖ ਵੀ ਆਪਣੇ ਦੇਹ ਅਧਿਆਸ ਨੂੰ ਤੋੜ ਕੇ ਸਿਰਫ ਤੇ ਸਿਰਫ ਆਪਣੇ ਆਪ ਨੂੰ ਪਰਮੇਸ਼ਰ ਦੀ ਜੋਤ ਹੀ ਮੰਨਦਾ ਹੈ। ਮੰਨਦਾ ਕੀ ਹੈ? ਉਹਦਾ ਆਪਣੇ ਆਪ ਦਾ ਸਿਮਰਨ ਹੀ ਭੁੱਲ ਜਾਂਦਾ ਹੈ। ਉਹਨੂੰ ਇਹ ਨਹੀਂ ਪਤਾ ਲੱਗਦਾ ਉਹ ਕੀ ਹੈ। ਵੈਸ਼ਨੋ ਸੋ ਜਿਸ ਉੱਪਰ ਸੋ ਪ੍ਰਸੰਨ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਉਹਦੀ ਇਹ ਨਿਸ਼ਾਨੀ ਹੈ, ਜੋ ਪਰਮਾਤਮਾ ਨੇ ਮਾਇਆ ਰਚੀ ਹੋਈ ਹੈ ਇਹ ਮਾਇਆ ਤੋਂ ਅਲੱਗ ਹੋ ਜਾਂਦਾ ਹੈ। ਸਾਧ ਸੰਗਤ ਬਾਣੀ ਕਹਿੰਦੀ ਹੈ ਬਹੁਤੇ ਮਨੁੱਖ ਐਸੇ ਨੇ ਜਿਹੜੇ ਮਾਇਆ ਦੇ ਵਿੱਚ ਰਮੇ ਗਏ ਨੇ। ਪ੍ਰਾਨੀ ਕਛੂ ਨਾ ਚੇਤਈ, ਮਦ ਮਾਇਆ ਕੈ ਅੰਧ। ਪ੍ਰਾਣੀ ਦੇ ਨਾ ਚੇਤਨ ਦਾ ਕਾਰਨ, ਪਰਮਾਤਮਾ ਨੂੰ ਚੇਤੇ ਕਰਨ ਦਾ ਕਾਰਨ ਇੱਕ ਹੀ ਹੈ, ਮਾਇਆ। ਔਰ ਮਾਇਆ ਦੇ ਕਈ ਰੂਪ ਨੇ, ਇਕੱਲਾ ਪੈਸਾ ਮਾਇਆ ਨਹੀਂ ਹੈ। ਮਾਇਆ ਦੇ ਬੜੇ ਰੂਪ ਨੇ। ਹੋ ਸਕਦਾ ਹੈ ਕਈ ਵਾਰੀ ਕੋਈ ਕੀਤਾ ਹੋਇਆ ਕਰਮ ਵੀ ਮਨੁੱਖ ਵਾਸਤੇ ਮਾਇਆ ਬਣ ਜਾਂਦਾ ਹੈ। ਕਿਉਂਕਿ ਸਾਧ ਸੰਗਤ ਪਰ ਮਾਇਆ ਵੀ ਜਿਹੜੀ ਹੈ ਉਹ ਪਰਮਾਤਮਾ ਤੋਂ ਹੀ ਬਣੀ ਹੈ। ਕੋਈ ਮਾਇਆ ਪਰਮਾਤਮਾ ਤੋਂ ਅਲੱਗ ਨਹੀਂ ਹੈ। ਜਿੰਨੇ ਇਹ ਸੋਹਣੇ ਚਿੱਤਰ ਬਣੇ ਨੇ, ਜਿੰਨਾ ਕੁਝ ਵੀ ਤੁਸੀਂ ਧਰਤੀ ਤੇ ਵੇਖ ਰਹੇ ਹੋ, ਇਹ ਸਭ ਮਾਇਆ ਹੈ। ਇਹ ਉਹਦਾ ਹੀ ਕੀਤਾ ਹੋਇਆ ਸਾਰਾ ਕੁਝ। ਹੋ ਸਕਦਾ ਕੋਈ ਮਨੁੱਖ ਮਾਇਆ ਤੋਂ, ਪੈਸੇ ਤੋਂ ਪ੍ਰਭਾਵਿਤ ਨਾ ਹੋਏ, ਰੂਪ ਤੋਂ ਪ੍ਰਭਾਵਿਤ ਹੋ ਜਾਏ। ਹੋ ਸਕਦਾ ਕੋਈ ਰੂਪ ਤੋਂ ਪ੍ਰਭਾਵਿਤ ਨਾ ਹੋਏ, ਸਰੀਰ ਤੋਂ ਪ੍ਰਭਾਵਿਤ ਹੋ ਜਾਏ। ਹੋ ਸਕਦਾ ਹੈ ਸਰੀਰਾਂ ਤੋਂ ਪ੍ਰਭਾਵਿਤ ਨਾ ਹੋਏ, ਕਿਸੇ ਸਥਾਨ ਤੋਂ ਪ੍ਰਭਾਵਿਤ ਹੋ ਜਾਏ। ਸਥਾਨ ਤੋਂ ਪ੍ਰਭਾਵਿਤ ਨਾ ਹੋ ਜਾਏ, ਕੀ ਪਤਾ ਕਿਸੇ ਸਵਾਦ ਤੋਂ ਪ੍ਰਭਾਵਿਤ ਹੋ ਜਾਏ। ਕਈ ਵਾਰੀ ਅਸੀਂ ਵੇਖਿਆ ਜਾਂਦਾ ਹੈ ਬੜੇ ਮਨੁੱਖ ਜੇ ਉਹ ਨਸ਼ਾ ਕਰਦੇ ਨੇ, ਨਸ਼ੇ ਦੇ ਸਵਾਦ ਤੋਂ ਇੰਨੇ ਪ੍ਰਭਾਵਿਤ ਹੁੰਦੇ ਨੇ, ਉਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਰਹਿੰਦੀ। ਉਹ ਸਿਰਫ ਉਨੇ ਕੁ ਪੈਸੇ ਚਾਹੁੰਦੇ ਨੇ ਜਿੰਨਿਆਂ ਨਾਲ ਨਸ਼ਾ ਆ ਜਾਏ, ਬਸ। ਇਹਦਾ ਮਤਲਬ ਕੀ ਹੈ? ਉਹ ਨਸ਼ੇ ਤੋਂ ਪ੍ਰਭਾਵਿਤ ਨੇ, ਮਾਇਆ ਵਿੱਚ ਹੀ ਫਸੇ ਹੋਏ ਨੇ। ਹੁਣ ਜੇਬ ਵਿੱਚ ਉਹਦੀ ਪੈਸੇ ਨਹੀਂ ਹਨ ਔਰ ਪੈਸਿਆਂ ਦੀ ਮੰਗ ਵੀ ਨਹੀਂ ਕਰ ਰਿਹਾ, ਸਿਰਫ ਉਨੇ ਕੁ ਪੈਸਿਆਂ ਦੀ ਮੰਗ ਕਰਦਾ ਜਿੰਨਿਆਂ ਨਾਲ ਨਸ਼ਾ ਆ ਜਾਏ। ਇਸ ਕਰਕੇ ਮਹਾਰਾਜ ਕਹਿੰਦੇ ਮਾਇਆ ਤੋਂ ਵੱਖਰਾ ਹੋ ਜਾਂਦਾ ਹੈ। ਇਹਦਾ ਮਤਲਬ ਇਹ ਵੀ ਹੈ ਉਹ ਮਾਇਆ ਦੀ ਹਰੇਕ ਚੀਜ਼ ਨੂੰ ਸਮਝ ਜਾਂਦਾ ਹੈ। ਔਰ ਸਾਧ ਸੰਗਤ ਸਭ ਤੋਂ ਵੱਡੀ ਗੱਲ ਹੈ ਸਮਝ ਲੈਣਾ। ਆਮ ਕਰਕੇ ਸੰਖਿਆ ਸ਼ਾਸਤਰ ਔਰ ਜਿੰਨੇ ਵੀ ਵੱਡੇ ਵੱਡੇ ਗ੍ਰੰਥ ਨੇ ਉਹ ਇੱਕੋ ਗੱਲ ਕਹਿੰਦੇ ਨੇ, ਸਮਝ ਦਾ ਆ ਜਾਣਾ ਹੀ ਪਰਮੇਸ਼ਰ ਦਾ ਮਿਲਣ ਹੈ, ਸਿਮਰਨ। ਸਿਰਫ ਤੇ ਸਿਰਫ ਸਮਝ ਦਾ ਆ ਜਾਣਾ ਹੀ
परमेश्वर का मिलन है। जिसनों समझ आ गई उन्होंने परमेश्वर मिल गया। आप इत्थे गल कवांगे जिवें मनुख अपने तौर पर यह समझदा है, अपने तौर पर वह कहता परमात्मा बड़ा वड्डा है, परमात्मा बहुत वड्डा है, पर यह हजे तक वो सुनिया सुनाया कह रहे हैं, समझ नहीं है। एवें एक उदाहरण देंदे ने कि जिवें एक बच्चे का अचानचक अग दे नाल हथ जल जाता है, अचानचक हथ जलिया, उसनों समझ आ गई मेरा हथ अग ने जलाया है। एक दूजा मनुख है, बच्चा है, उन्हें जाके अग दे विच हथ दे दिता, काहदे लई? जानना चाहता है अग हथ साड़दी भी है कि नहीं। एक दा अचानचक आया है, एक ने जान के अग दे विच हथ दिता है। भाव जिन्हें जान के दिता है उन्हें समझ वास्ते दिता है। हुण जिहड़ी उहदी समझ है वह पक्की है, अज उन्होंने पता लग गया है ये हथ अग साड़दी है, समझ पक्की है। इस करके सच्चे पातशाह जी महाराज कहते ने जिस मनुख नूं माया की समझ आ जाती है, जिसनों माया का प्रयोग करना आ जाता है, वो फिर माया दे विच रहिंदियां भी बड़ी जिंदगी सौखी बतीत करके जाता है। माया दे रसां विच भी सारियां चीज़ां नूं भोगदियां भी माया तो उत्ते रहिंदा है। हरेक चीज़ नूं खांदियां पींदियां भी उहदे तो उत्ते रहिंदा है। कई बारी साध संगत रस मनुख दे गुलाम हुंदे ने, कई बारी मनुख रसां दा गुलाम बन जाता है, ऐसा भी हुंदा है। कई बारी रस जिहड़े ने वो मनुख दे गुलाम हुंदे ने, कई बारी मनुख रसां दा गुलाम हो जाता है। मैं इनू थोड़ा जिहा होर प्रमाणिक करा, आप जी के सामने रखा। जिवें आप समझ सकते हो, एक मनुख अपनी जीभ दियां रसां दे पिछे बड़ियां चीज़ां की बार बार मंग करता है, मन के पिछे लग के बड़ियां रसां की बार बार मंग करता है। जे उन्हों ना मिलन वो फिर तड़फदा है। ਇਹਦਾ मतलब ये है ये मनुख रसां का गुलाम है। इस मनुख ये रसां का गुलाम है, माया का गुलाम है। दूजी साइड च एक मनुख होर भी है, उन्होंने जिहड़ी चीज़ मिल जाती है परमात्मा का हुक्म समझ के खाई जाता है, भावें वड्डे तो वड्डा रस है, भावें छोटे तो छोटा है। इत्थे ये मतलब है रस इस मनुख के गुलाम ने। और दुनिया दे विच 90 तो 95% लोग रसां दे गुलाम हैं। और जिहड़े मनुख रसां दे गुलाम ने जिंदगी विच श्रेष्ठ मत वाले नहीं हुंदे। ना वो मनुख न्यायकारी होणगे क्योंकि सिरे दे लोभी हैं, सिरे दे क्रोधी होणगे। जिहड़े मनुख दुनिया दे विच रसां दे माया दे गुलाम ने वो न्यायकारी नहीं होणगे और उच्ची मत वाले भी नहीं होणगे, दूरअंदृष्ट भी नहीं होणगे। दूरअंदृष्टि का मतलब दूर अंदेशी, अपने एक एक कर्म नूं समझ लेना। सत्संग बड़े ऐसे लोग ने जिहड़े अपने एक एक बोल नूं सारा दिन समझते हैं। मैं ये बोल इस नूं कहा है तो क्यों कहा है, मैं एक कदम चलिया तो क्यों चलिया, मैं फलानी थां ते आया इत्थे आउण दा कारण की है, अज मेरी मीटिंग फलाने मनुख नाल होई है, उहदी बोली बड़ी माड़ी है, ਇਹਦੇ ਨਾਲ मीटिंग होने का मेरा ਕਿਹੜਾ कर्म सहाई होया है। ਜਿਹੜੇ इन्नी डूंगी सोचन लग जाते हैं, ਇਹਦਾ मतलब ये है ये थोड़े ना थोड़े माया तो उच्चे उठ रहे हैं। इस करके जिंदगी दे विच मनुख एक मनुख वो है ਜਿਹੜੇ माया दे गुलाम ने, एक वो ने माया जिन्हां दी गुलाम है। एक इसे थां ते मैं आप जी के सामने रखा, राजे जनक वर्गे ने। राजे जनक नूं उस समय का एक मुनी आके कहता है, कहते राजा जनक मैं श्रवण किया है तू एडा वड्डा राजा है। भाई गुरदास जी कहते ने भगत वड्डा राजा जनक है, गुरमुख माया विच उदासी। हे जनक लोकी तेनू कहते ने तू बड़ा वड्डा राजा है ते बड़ा वड्डा भगत भी है, ये दोवें कट्ठे काम किवें हो सकते हैं? राजा भगत किवें हो सकता है? इन्ना तेरे कोल माल है, राणियां ने, इन्ने रसां दे विच तू लग्या होया है ते रसां दे विच रहिंदियां भी तू रसां तो निर्लेप है, किवें हो सकता है? राजा जनक कहंदा मुनि नूं तुसीं 15 दिन मेरे कोल रवो, 15 दिनां बाद तुहानूं मैं इहदा जवाब देंगा। राजे जनक ने एक हुक्म पास किया,
ਆਪਣੇ ਜਿਹੜੇ ਨਾਲ ਦੇ ਸਿਪਾਹੀ ਨੇ ਉਹਨਾਂ ਨੂੰ ਕਿਹਾ, ਭਾਈ ਜਾਓ ਸ਼ਹਿਰ ਦੇ ਵਿੱਚੋਂ ਇੱਕ ਭਿਖਾਰੀ ਨੂੰ ਫੜ ਕੇ ਲੈ ਕੇ ਆਓ। ਸ਼ਹਿਰ ਵਿੱਚ ਜਾਂਦੇ ਨੇ, ਭਿਖਾਰੀ ਨੂੰ ਫੜ ਕੇ ਲਿਆਉਂਦੇ ਨੇ। ਭਿਖਾਰੀ ਉਹਨਾਂ ਦੇ ਕੋਲ ਆਉਂਦਾ ਹੈ। ਰਾਜਾ ਜਨਕ ਹੁਕਮ ਪਾਸ ਕਰਦਾ ਹੈ, ਜੋ ਸੁਵਿਧਾਵਾਂ ਮੈਨੂੰ ਮਿਲ ਰਹੀਆਂ ਨੇ ਅੱਜ ਤੋਂ ਇਸ ਭਿਖਾਰੀ ਨੂੰ ਦਿਓ। ਜੈਸਾ ਖਾਣਾ ਮੈਨੂੰ ਪ੍ਰਾਪਤ ਹੁੰਦਾ ਹੈ ਐਸਾ ਦਿਓ। ਜਿਹੜੇ ਵਸਤਰ ਮੈਨੂੰ ਮਿਲਦੇ ਨੇ ਪਾਉਣ ਲਈ ਵੈਸੇ ਦਿਓ। ਜੈਸੇ ਸੌਣ ਲਈ ਵਸਤਰਾਂ ਤੇ ਮੈਂ ਪਹਿਨਾ ਐਸੇ ਵਸਤਰ ਇਹਨੂੰ ਦਿਓ। 15 ਦਿਨ ਉਹ ਭਿਖਾਰੀ ਹੁਣ ਖਾਂਦਾ ਰਿਹਾ ਹੈ। ਭਿਖਾਰੀ ਸੀ, ਰੋਜ਼ ਰੋਜ਼ ਵਸਤੂਆਂ ਖਾਂਦਾ, ਖਾਂਦਿਆਂ ਬੜਾ ਤਕੜਾ ਹੋ ਗਿਆ, ਬੜਾ ਖੁਸ਼ ਹੈ। ਰਾਜਾ ਜਨਕ ਕਹਿੰਦਾ, ਜਾਓ ਹੁਣ ਉਸ ਨੂੰ ਜਾ ਕੇ ਕਹੋ ਤੈਨੂੰ 2 ਦਿਨਾਂ ਬਾਅਦ ਫਾਂਸੀ ਤੇ ਲਟਕਾ ਦੇਣਾ ਹੈ, ਉਹ ਭਿਖਾਰੀ ਨੂੰ। ਹੁਣ ਇਹ ਗੱਲ ਜਦੋਂ ਹੀ ਭਿਖਾਰੀ ਨੂੰ ਪਤੀ, ਸਾਰੇ ਸਵਾਦ ਛੱਡ ਕੇ ਖਲੋ ਗਿਆ। ਰਾਜਾ ਜਨਕ ਕਹਿੰਦਾ, ਮੁਨੀ ਜੀ ਉਹਨੂੰ ਜਾ ਕੇ ਕਹੋ ਹਜੇ ਨਹੀਂ ਫਾਂਸੀ ਦੇਣੀ, 2 ਦਿਨਾਂ ਬਾਅਦ ਦੇਣੀ, ਹਜੇ ਤੇ ਖਾਏ। ਕਹਿੰਦੇ ਨਹੀਂ, ਸਾਹਮਣੇ ਮੌਤ ਖੜੀ ਹੈ, ਚੇਤੇ ਆ ਗਿਆ, ਹੁਣ ਮੇਰੇ ਤੋਂ ਕੁਝ ਨਹੀਂ ਖਾਧਾ ਜਾਂਦਾ। ਖਾਣਾ ਵੀ ਕੀ ਹੈ, ਸਵਾਦ ਹੀ ਕੁਛ ਨਹੀਂ ਲੱਗ ਰਿਹਾ। ਹੁਣ ਤੇ ਸਿਰਫ ਮੈਂ ਖਾਣਾ ਤੇ ਹਾਂ ਆਪਣੇ ਸਰੀਰ ਦੀ ਜ਼ਰੂਰਤ ਵੇਖ ਕੇ, ਮੈਂ ਮਰ ਜਾਵਾਂਗਾ, ਸੁੱਕ ਗਿਆ। ਰਾਜਾ ਜਨਕ ਕਹਿੰਦਾ ਸੁਖਦੇਵ ਮੁਨੀ ਨੂੰ, ਜਿਸ ਤਰੀਕੇ ਨਾਲ ਇਹ ਜੀ ਰਿਹਾ ਬਸ ਐਵੇਂ ਮੈਂ ਜੀਣਾ। 24 ਘੰਟੇ ਮੇਰੇ ਸਾਹਮਣੇ ਮੇਰੇ ਸਰੀਰ ਦਾ ਖਾਤਮਾ ਪਿਆ ਹੈ। 24 ਘੰਟੇ ਮੈਨੂੰ ਪਤਾ ਹੈ ਜਿਹੜੀ ਚੀਜ਼ ਦੇ ਰਸਾਂ ਵਿੱਚ ਮੈਂ ਲੱਗਿਆ ਹੋਇਆ, ਨਾ ਤੇ ਇਹ ਰਸ ਸਦੀਵੀ ਰਹਿਣੇ ਨੇ, ਨਾ ਇਹ ਸਰੀਰ ਸਦੀਵੀ ਰਹਿਣਾ। ਜਿਹੜੀ ਧਰਤੀ ਤੇ ਮੈਂ ਰਹਿ ਰਿਹਾ, ਇਹ ਧਰਤੀ ਵੀ ਸਦੀਵੀ ਨਹੀਂ ਹੈ, ਫਿਰ ਧਰਤੀ ਤੇ ਰਹਿਣ ਵਾਲੇ ਲੋਕ ਸਦੀਵੀ ਕਿਵੇਂ ਰਹਿਣਗੇ। ਮਹਾਰਾਜ ਬਾਣੀ ਦੇ ਕਹਿੰਦੇ, ਕੂੜ ਸਭ ਸੰਸਾਰ। ਸਾਧ ਸੰਗਤ, ਜਿਹੜਾ ਵੀ ਅਸੀਂ ਵੇਖ ਰਹੇ ਹਾਂ, ਇਹ ਸੂਰਜ ਹੈ, ਇਹ ਧਰਤੀ, ਤਾਰੇ ਨੇ, ਕਿੰਨੇ ਤਾਰੇ ਟੁੱਟ ਵੀ ਜਾਂਦੇ ਨੇ। ਤਾਰੇ ਵੀ ਸਦੀਵੀ ਨਹੀਂ ਹਨ, ਸੂਰਜ ਵੀ ਸਦੀਵੀ ਨਹੀਂ ਹੈ, ਧਰਤੀ ਵੀ ਸਦੀਵੀ ਨਹੀਂ ਹੈ, ਫਿਰ ਧਰਤੀ ਤੇ ਰਹਿਣ ਵਾਲਾ ਪੁਰਸ਼ ਕਿਵੇਂ ਸਦੀਵੀ ਹੋ ਸਕਦਾ ਹੈ? ਇੱਥੇ ਰਹਿਣ ਵਾਲਾ ਕਿਵੇਂ ਸਦੀਵੀ ਰਹੇਗਾ? ਰਾਜਾ ਜਨਕ ਕਹਿੰਦਾ ਹੈ, ਬਸ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹੀ ਸਮਝ ਬੈਠਾ, ਜ਼ਿੰਦਗੀ ਵਿੱਚ ਕੁਝ ਸਦੀਵੀ ਨਹੀਂ ਹੈ। ਹੁਣ ਮੈਂ ਰੋਟੀ ਤੇ ਖਾਣਾ, ਰੋਟੀ ਖਾ ਰਿਹਾ ਆਪਣੇ ਸਰੀਰ ਨੂੰ ਪਾਲਣ ਵਾਸਤੇ, ਜੀਭ ਦੇ ਰਸਾਂ ਕਰਕੇ ਨਹੀਂ। ਹਾਂ, ਰੋਟੀ ਸਵਾਦ ਹੈ, ਜੀਭ ਦੱਸ ਦਿੰਦੀ ਹੈ। ਕੋਈ ਚੀਜ਼ ਕੌੜੀ ਹੈ, ਜੀਭ ਦੱਸ ਦਿੰਦੀ ਹੈ। ਜੀਭ ਦੇ ਉੱਤੇ ਤੰਤੂ ਐਸੇ ਲੱਗੇ ਨੇ। ਸਾਧ ਸੰਗਤ, ਸਿਰਫ ਤੇ ਸਿਰਫ ਸਵਾਦ ਦੱਸਦੇ ਨੇ, ਜੀਭ ਦੇ ਉੱਤੇ ਲੱਗੇ ਤੰਤੂ। ਜੇ ਜੀਭ ਦੇ ਥੱਲੇ ਰੱਖਾਂਗੇ ਨਾ ਕਿਸੇ ਰੋਟੀ ਨੂੰ, ਨੂਣ ਜੀਭ ਦੇ ਥੱਲੇ ਰੱਖ ਲਓ, ਕੋਈ ਪਤਾ ਨਹੀਂ ਲੱਗਣਾ। ਇਸ ਕਰਕੇ ਜਦੋਂ ਮਨੁੱਖ ਬਿਮਾਰ ਹੁੰਦਾ ਹੈ ਨਾ, ਉਹਦੀ ਜੀਭ ਦੇ ਤੰਤੂ ਬਿਮਾਰ ਹੋ ਜਾਂਦੇ ਨੇ। ਤਾਂ ਕਰਕੇ ਕਦੇ ਬਿਮਾਰ ਮਨੁੱਖ ਨੂੰ ਰੋਟੀ ਦਾ ਸਵਾਦ ਬਕਬਕਾ ਲੱਗਦਾ ਹੈ। ਕਿਉਂ? ਤੰਤੂ ਕਮਜ਼ੋਰ ਹੋ ਜਾਂਦੇ ਨੇ। ਜਿੰਨਾ ਵੀ ਸਵਾਦ ਹੈ ਜੀਭ ਦੇ ਉੱਤੇ ਉੱਤੇ ਤਈ ਹੈ। ਜਦੋਂ ਤਈ ਭੋਜਨ ਜੀਭ ਦੇ ਉੱਤੇ ਹੈ ਸਵਾਦ ਹੈ, ਜਦੋਂ ਅੱਗੇ ਗਿਆ ਸਵਾਦ ਖਤਮ। ਸਵਾਦ ਸਿਰਫ 1-2 ਮਿੰਟ ਦਾ। ਜਿੰਨੇ ਵੀ ਵਿਕਾਰ ਨੇ, ਇਹਨਾਂ ਸਾਰਿਆਂ ਦਾ ਸਵਾਦ ਸਿਰਫ ਖਿੰਨ ਮਾਤਰ ਦੇ ਨੇ। ਔਰ ਮਨੁੱਖ ਖਿੰਨ ਮਾਤਰ ਦੇ ਸਵਾਦ ਕਰਕੇ, ਗੁਰਬਾਣੀ ਕਹਿੰਦੀ, ਕਰੋੜਾਂ ਦਿਨਾਂ ਦੁੱਖ ਹੀ ਪਾਉਂਦਾ ਰਹਿੰਦਾ ਹੈ। ਸਵਾਦ ਥੋੜੇ ਟਾਈਮ ਦਾ ਹੁੰਦਾ ਹੈ, ਦੁੱਖ ਲੰਮਾ ਹੁੰਦਾ ਹੈ ਸਵਾਦ ਦਾ। ਥੋੜੇ ਸਮੇਂ ਦੇ ਸਵਾਦ ਕਰਕੇ ਲੰਮਾ ਸਮਾਂ ਦੁੱਖ ਪਾਉਣਾ ਪੈਂਦਾ ਹੈ ਮਨੁੱਖ ਨੂੰ। ਇਸ ਕਰਕੇ ਸਾਹਿਬ ਜੀ ਕਹਿੰਦੇ ਨੇ, ਜਿਹੜੇ ਮਨੁੱਖ ਪਰਮਾਤਮਾ ਨਾਲ ਜੁੜਦੇ ਨੇ, ਪਰਮੇਸ਼ਰ ਦੀ ਬੰਦਗੀ ਕਰਦੇ ਨੇ, ਮਾਇਆ ਦੀ ਸਮਝ ਪ੍ਰਾਪਤ ਕਰਦੇ ਨੇ, ਭੋਜਨ ਖਾਣਾ ਹੈ ਤੇ ਕਿੰਨਾ ਖਾਣਾ ਹੈ ਤੇ ਕਿਉਂ ਖਾਣਾ ਹੈ, ਜਿਹੜੀ ਚੀਜ਼ ਮੈਂ ਖਾ ਰਿਹਾ ਕਿਉਂ ਖਾ ਰਿਹਾ, ਇੰਨੀ ਸੂਖਸ਼ਮ ਦ੍ਰਿਸ਼ਟੀ, ਇੰਨੀ ਸਮਝ ਉਹਨਾਂ ਮਨੁੱਖਾਂ ਕੋਲ ਹੁੰਦੀ ਹੈ। ਐਵੇਂ ਨਹੀਂ ਸਾਧ ਸੰਗਤ ਜੋ ਕੁਛ ਆਇਆ ਉਹੀ ਖਾਈ ਗਏ, ਐਸਾ ਨਹੀਂ ਹੈ। ਐਸਾ ਕਰਮ ਪਸ਼ੂਆਂ ਕੋਲ ਹੁੰਦਾ ਹੈ, ਮਨੁੱਖਾਂ ਕੋਲ ਨਹੀਂ। ਮਨੁੱਖਾਂ ਨੂੰ ਰੱਬ ਨੇ ਬੁੱਧੀ ਬਖਸ਼ੀ ਹੈ, ਪਰ ਸਾਧ ਸੰਗਤ ਏਡੀ ਉਜਲ ਬੁੱਧੀ ਉਹਦੀ ਹੁੰਦੀ ਹੈ ਜਿਹੜਾ ਬੰਦਗੀ ਕਰੇ, ਜਿਹੜਾ ਪਰਮੇਸ਼ਰ ਦੇ ਨਾਲ ਬਹੁਤਾ ਹੀ ਜ਼ਿਆਦਾ ਜੁੜ ਗਿਆ, ਜਿਹੜਾ ਐਵੇਂ ਸਮਝ ਲਓ ਬੰਦਗੀ ਕਰੇ ਜਾਂ ਫਿਰ ਵਿਚਾਰਸ਼ੀਲ ਹੋਵੇ। ਵਿਚਾਰਸ਼ੀਲ ਮਨੁੱਖ ਆਪਣੇ ਸਰੀਰ ਦਾ ਹਿਸਾਬ ਲਗਾਉਂਦੇ ਨੇ। ਮੈਂ ਇਹ ਨਹੀਂ ਕਹਿ ਰਿਹਾ ਸਿਰਫ ਸਰੀਰ ਦਾ ਹਿਸਾਬ, ਵਿਚਾਰਸ਼ੀਲ ਸਿਰਫ ਸਰੀਰ ਤੇ ਹੀ ਰੁਕ ਜਾਂਦੇ ਨੇ। ਵਿਚਾਰਸ਼ੀਲ ਲੋਕ ਕਈ ਵਾਰੀ ਆਤਮਾ ਨੂੰ ਕੰਡੈਮ ਹੀ ਕਰਦੇ ਨੇ, ਆਤਮਾ ਹੁੰਦੀ ਨਹੀਂ। ਪਰ ਸੱਚੇ ਪਾਤਸ਼ਾਹ ਕਹਿੰਦੇ ਨੇ, ਵਿਸ਼ਨ ਕੀ ਮਾਇਆ ਤੇ ਹੋਏ ਭਿੰਨ। ਉਸ ਮਾਇਆ ਤੋਂ ਅਲੱਗ ਹੋਣਾ ਹੈ, ਮਾਇਆ ਛੱਡਣੀ ਨਹੀਂ ਹੈ।
और दुनिया ते माया ना कोई अज तई छड्ड सकिया ना किसी ने छड्ड सकनी है। हो सकता है नोटां नूं हथ ना लाए, ये हो सकता है पैसे नूं हथ ना लाए, पर वो पैसे की आई गड्डी चों सवारी कर सकता है। पैसे नूं हथ नहीं लाएगा पर वो पैसे का आया होया आटा वो खा सकता है। फिर माया कित्थे छड्डी है। कबीर साहब कहते ने, कहो कबीर जिस उधर ते समाया, जिस दे भी पेट लगे है उन्होंने माया व्यापदी व्यापदी है। परमात्मा ने जिन्हों भी पेट लाया होया वो मायाधारी है। इस करके सच्चे पातशाह कहते ने, पहला फार्मूला गुरु जी दसते ने, जिहदे उत्ते परमात्मा 100% हुंदा है, असल दे विच ओही परमात्मा दा भगत है। और परमात्मा प्रसन्न किवें होए, ये भी तो गल है। साध संगत असीं कई बार कहने जिस दिन किरपा होएगी उस दिन नाम जप लवांगे। साध संगत असल दे विच गल की है, जिवें एक बच्चा है वो कहे जिस दिन नौकरी मिलेगी उस दिन पढ़ाई कर लवांगे। ये तो गल उल्टी होगी। लोग कहेंगे नहीं पहला पढ़ाई कर, पढ़ाई नौकरी लैके आएगी। कहते नहीं पहला नौकरी मिले पढ़ाई फिर करांगा, ऐसा नहीं है। इवें मनुख सोचे पहला मेरे ते किरपा होए फिर मैं बंदगी करांगा, नहीं पहला तू बंदगी कर, बंदगी करद्या करद्या तेरे अंदर विराग पैदा होएगा, और विराग चों निकली हुई अरदास किरपा करवा देगी। बंदगी किरपा कराएगी ना। नानक नदरी नदर निहाल, पहला बंदगी करे, पहला परमेश्वर का नाम लवे। जिवें जिवें नाम जपेगा, जिवें जिवें उस दी बंदगी करेगा, उस दे हुक्म विच चलेगा, एक दिन हुक्म दे विच चलिया होया मनुख किरपा ले लैंदा। जिवें कोई किसी दे घर नौकर लग्या होए, उहदे घर नौकरी करदा है ते अपने मालक नूं सोचे मेरा मालक जिस दिन मेरे ते किरपा करेगा उस दिन मैं काम करांगा। उहदे नहीं तू काम चंगे कर, एक दिन मालक तेरे ते खुश हो जाएगा। तू अपने काम नूं ध्यान नाल कर, काम नूं ध्यान नाल करदियां करदियां एक दिन मालक खुश होएगा। साध संगत इवें ही बंदगी सेवा कर रहे हैं, सेवा भावना नाल कीती जाए, सेवा ध्यान नाल कीती जाए। जिहड़ा बीज असीं बीज रहे हैं, साध संगत एक जिमीदार है जदों बीज बीजदा ना बड़े ध्यान नाल बीजदा है। जदों मनुख दरख्त लगाउंदा है बड़े ध्यान नाल लगाउंदा है, कई चीज़ां नोटिस च रखदा है। ये गुरुद्वारे आउणा ये भी एक बीज है। इस बीज ने एक दिन सत संगत विच लैके आउणा है, एक दिन सत संगत दे बीजे हुए बीज ने परमात्मा नाल मिला देना है। इस करके साध संगत शुरू दे विच आउणा भी एक बीज है। पहला इसे बीज नूं ध्यान नाल बीजीए तां जो ये बीज साडे लई वड्डी चीज़ लैके आए। इस करके महाराज कहंदे ने मनुख अपनी जिंदगी दे विच परमेश्वर की प्रसन्नता का पात्र बने। और बाणी दे विच महाराज कहंदे ने तीन चीज़ां जे मनुख नूं पता ने वो प्रसन्नता का पात्र बन जाता है। परमात्मा दे अगे निवके रहना, उहदी गल नूं सहारना, नीवां चलना ते साध संगत उहदी बंदगी करनी। तीन चीज़ां जिस दे कोल ने एक दिन परमात्मा दे वस विच हुंदा है। अगे महाराज साहब जी कहंदे ने कर्म करत होवै नेह कर्म तिस वैसनो का निर्मल धर्म। कहंदे असल दे विच कर्म करदियां करदियां नेह कर्म हो जाए। साध संगत असीं असल दे विच कर्म किहनूं समझदे हां, जिवें किसी ने आगे क्रोध दे विच गाल कढ़ी है, अगों उस नूं गाल कढ़ देनी, ये कर्म नहीं है। कर्म ते मनुख दे अंदर ने, ये ते प्रतिकर्म है। कोई आके माड़ा चंगा बोले है, मनुख ने उसनूं माड़ा चंगा बोल दिता, ये कर्म नहीं किया, ये ते उसने कर्म किया, वो कर्म का उल्टा जवाब दिता है। ये कर्म नहीं है। कर्म असल दे विच मनुख दे अंदर ने, कर्म दियां तरंगा मनुख दे अंदर ने। क्रोध की तरंग अंदर है, ताई ते बाहरों कोई क्रोध दे विच मारदा है, मनुख अगों क्रोध विच बोलदा है। जिन्हां दे अंदर कर्म ने भावें बाहरी तौर पर कुछ ना बोलन, पर यदा मतलब ये नहीं वो नेह कर्म हो गए ने। कई बार मनुख दे अंदर, कई बार असीं कहने ये निष्काम सेवा करता है, पर उस दे अंदर कामना छुपी हुंदी है, पर दुनिया के सामने वो कामना दसदा नहीं। कामनावां अंदर छुपियां हुंदियां ने। कामना तो रहत कोई कोई मनुख हुंदा है, इच्छा तो रहत ते कोई कोई हुंदा है। जिवें आप जी सामने दस रहा सी, गुरु अमरदास महाराज जी नूं लत्त मारदा है दातू आके। हुण दातू ने लत्त मारी है कि गुरु अमरदास जी उन्होंने लत्त नाल जवाब देंदे ने? नहीं।
महाराज अगों हाथ जोड़ लेंदे ने, चुप। कहंदे भाई किते सट ते नहीं वजी। सत्संग ये प्रतिकर्म नहीं, अंदर कर्म ही है नहीं, ताई ते प्रतिकर्म नहीं है। अज कोई मनुख है जिस दे अंदर कर्म दियां तरंगा ने, अज वो कोई लत्त मारे, कोई दो लत्तां मारदा है, ਇਹਦਾ मतलब कर्म तो रहते वो भी नहीं ਜਿਹੜਾ आप बैठा है। जिमें महात्मा बोधी मैं आप जी ਨੂੰ गल दस रहा सी, एक मनुख उत्ते थुक के चला गया, महात्मा बुद्ध चुप बैठा है। वो पुछदा है, महात्मा बुद्ध कहंदा बोलो जी कुछ होर कहना है। कहंदा महात्मा बुद्ध नूं कहंदा मैं तुहाडे ते थुकिया है, तुसीं ਇਹਦਾ कोई प्रतिकर्म नहीं करोगे। महात्मा बुद्ध कहंदा मैं तेरा गुलाम नहीं हाँ, तू क्रोध किया मैं भी क्रोध करा, मैं क्यों करा, तू अग विच सड़ रहे हैं मैं क्यों सड़ा। इनू फरीद साहब कहते ने, फरीदा जो तै मारन मुक्कियां तिन्ना ना मारे घुम। ਇਹਦਾ मतलब साध संगत ये है, जो तेनू माड़ा बोलते ने तू उन्होंने माड़ा ना बोल। तेरे अंदर कर्म दियां तरंगा ने, हौली हौली बंदगी करके उन्होंने कर्म दियां तरंगा नूं अंदरों खत्म कर। माड़ा बोलना तो प्रतिकर्म है, ਇਹਦਾ मतलब ਉਹਦੇ अंदर माड़ा है ताई तो प्रतिकर्म कर रहे हैं। जो तै मारन मुक्कियां तिन्ना ना मारे घुम, आप नड़ै घर जाइए पैर तिन्ना दे चुम। असल दे विच अपने हिरदे रूपी घर दे विच समझ, अपने अंदर इस चीज़ की समझ प्राप्त कर, जो तेनू मार रहे ने असल दे विच ओ कर्मां दे विच बझे हुए ने, ओ कर्मां दे विच बझे हुए ने। कर्म दे विच बझा होया मनुख, क्रोध दे विच बझा होया मनुख, लोभ दे विच बझा होया मनुख, जे एक लोभ करके किसी की पैली छपटदा है तो दूजा भी वो छपटन की कोशिश करता है, इसका मतलब दोवें बराबर ही ने। बस ये हो सकता है पहल उन्हें की है, दूज कर ली है। इस करके बाणी कहती कर्म करत होवै ने कर्म। दूजा इस पंक्ति का दूजा पक्ष ये है, जिन्ने भी कर्म कर रहे हैं कर्म करद्या करद्या करता भाव बंद कर दे, समझे मैं करता नहीं हाँ। कर्म कर रहे हैं, जंग दे विच तलवार चल रही है, जंग दे विच तीर करमान चला रहे हैं, पर करद्या करदा कि मैं नहीं हाँ। हुण गुरु गोबिंद सिंह महाराज भगाणी साहब का जंग जीते ने, गुरु साहब जी दे कोल सिंह इकट्ठे होके आए, कहते महाराज जशन का टाइम है, अपनी जित हुई है। अपनी नहीं महाराज तुहाडी जित हुई है। गुरु जी कहते नहीं मेरी जित नहीं है। क्यों? ये जिन्ने तुसी लोग हो सारे रब दे बनाए हो, जे दुनिया रब दी बनाई, जिन्ने तुसी लड़न वाले हो ये रब दे हो, तो फिर जित भी तो रब दी हुई ना। महाराज ने उदन कहा सी वाहिगुरु जी का खालसा वाहिगुरु जी की फतेह। साध संगत ये शब्द सानू बार बार याद करांदा है, मैं कर्मी दे विच नहीं हाँ। जिंदगी दे विच जो कुछ भी मिले है करता भाव अंदरों खत्म कर देना, इनू कहंदे ने कर्म करदियां ने कर्म होना। भाव ये जो कुछ मैं कर्म कर रहा ये कर्म मेरा नहीं है। जिवें जिन्नी गीता का उपदेश है सारा इसे पंक्ति के उत्ते खड़ा है। साध संगत गीता दे विच अर्जुन कहता है, हे कृष्ण मेरे सामने इन्ने मामे ने ताए ने चाचे ने, मैं इन्हां नूं मारांगा, तीरां नाल इन्हां ते मारांगा। कृष्ण जी कहते नहीं अर्जुन तू मारन वाला नहीं है। उन्हें आप फिर सुनते हैं विराट रूप विखाया, कहते ये वेखे तो पहले ही मरे पे ने, तू तो सिर्फ तीर चलाउण वाला है, तू तो साधन मात्र है। ये विद तो पहले ही बनी पई है, ये तो होया पाया पहले ही। तू सिर्फ अकर्म होके अपना कर्म कर बस। तू ये ना सोच तू मार रहे हैं, मारन वाला तो कोई होर है, फिर तो तू तो करता हो गया, जम्मण वाला भी हो गया, मारन वाला भी हो गया। नहीं, बाणी कहती मत जानो किसी क्या किछ हाथ है, सब करे कराए। वैसे साध संगत ये जिहड़ी पंक्ति है ये धर्म की शिखर है। जिस दिन मनुख बंदगी कर करके शिखर ते अपड़ जाता है, उस दिन ये गल कहता है मेरा मुझ में किछ नहीं। उस दिन ये कहता है ये शरीर मेरा नहीं, ये परिवार मेरा नहीं, मैं तो एक साधन मात्र हाँ। घर दे विच पैसा भी कमा के लाइदा, घरदियां नूं कहंदा है, घर दे कहंदे तुसीं कमाउंदे हो, कहंदा नहीं मैं नहीं कमा रहा, मैं तो एक साधन हाँ, तुहाडे कर्म मेरे नाल जुड़े ने, मैं कुछ नहीं हाँ। कमाउण वाला देण वाला परमात्मा है, मैं सिर्फ एक साधन हाँ। साध संगत जिस दिन मनुख इवें सोच लेगा, उसके अंदरों
ਕਰਤਾ ਭਾਵ ਖਤਮ ਹੋ ਜਾਏਗਾ। ਉਸ ਦੇ ਅੰਦਰੋਂ ਜਿਹੜੀ ਉਹਦੀ ਹੋਂ ਹੈ ਉਹ ਖਤਮ ਹੋ ਜਾਏਗੀ। ਮਹਾਰਾਜ ਅੱਗੇ ਕਹਿੰਦੇ ਨੇ ਤਿਸ ਬੈਸਨੋਂ ਕਾ ਨਿਰਮਲ ਧਰਮ। ਉਹ ਫਿਰ ਜਿਹੜੇ ਵੀ ਕੰਮ ਕਰੇਗਾ, ਜੇ ਐਸਾ ਭਾਵ ਲੈ ਕੇ ਕੋਈ ਵੀ ਕੰਮ ਕਰੇ, ਉਹ ਕੰਮ ਨਿਰਮਲ ਹੀ ਹੁੰਦਾ ਹੈ। ਐਸਾ ਭਾਵ ਨਾਲ ਕੀਤਾ ਹੋਇਆ ਦਾਨ ਫਲੀਭੂਤ ਹੁੰਦਾ ਹੈ। ਐਸੇ ਭਾਵ ਨਾਲ ਜਪਿਆ ਹੋਇਆ ਨਾਮ ਫਲੀਭੂਤ ਹੁੰਦਾ ਹੈ। ਐਸੇ ਭਾਵ ਨਾਲ ਆਇਆ ਹੋਇਆ ਗੁਰਦੁਆਰੇ ਦਰਸ਼ਨ ਕੀਤੇ ਸਫਲ ਹੁੰਦੇ ਨੇ। ਜਿਸ ਦਿਨ ਇਹ ਕਹਿ ਦੇਵੇ ਪਰਮਾਤਮਾ ਤੇਰੀ ਬਖਸ਼ਿਸ਼ ਦੇ ਨਾਲ ਮੈਂ ਰੋਜ਼ ਆ ਜਾਨਾ, ਮੇਰੇ ਤੇ ਬਖਸ਼ਿਸ਼ ਕਰੀ। ਸਾਧ ਸੰਗਤ ਅਸੀਂ ਰੋਜ਼ ਆਉਂਦੇ ਹਾਂ, ਰੋਜ਼ ਦੀ ਰੋਜ਼ ਇਹ ਅਰਦਾਸ ਜ਼ਰੂਰ ਕਰਕੇ ਜਾਣੀ ਚਾਹੀਦੀ। ਪਰਮਾਤਮਾ ਮੈਂ ਕਹਿ ਸਕਦਾ ਹੈ, ਪਰਮਾਤਮਾ ਦੁਨੀਆ ਭਾਵੇਂ ਜੋ ਕੁਛ ਮਰਜ਼ੀ ਕਵੇ, ਯਾਦ ਕਰੀ ਮੈਂ ਦੁਨੀਆ ਦੇ ਮਨਾਂ ਵਿੱਚੋਂ ਲੈ ਜਾਵਾਂ, ਕੋਈ ਦਿੱਕਤ ਨਹੀਂ, ਪਰ ਮੇਰੇ ਤੋਂ ਕਦੀ ਐਸਾ ਕੰਮ ਨਾ ਕਰਾਈ ਰੱਬਾ, ਮੈਂ ਤੇਰੇ ਮਨ ਚੋਂ ਹੀ ਲੈ ਜਾਵਾਂ, ਐਸਾ ਕੰਮ ਨਾ ਕਦੇ ਕਰਾਈ। ਦੁਨੀਆ ਦੇ ਮਨਾਂ ਚੋਂ ਲੈ ਜਾਣਾ ਕੋਈ ਵੱਡੀ ਗੱਲ ਨਹੀਂ। ਵੱਡੇ ਵੱਡੇ ਅਵਤਾਰ ਕਈ ਲੋਕਾਂ ਦੇ ਮਨਾਂ ਚੋਂ ਲੈ ਗਏ। ਅੱਜ ਯਾਦ ਰੱਖਣਾ ਸਾਧ ਸੰਗਤ, ਪਰਮਾਤਮਾ ਕਈਆਂ ਦੇ ਮਨਾਂ ਚੋਂ ਲੈ ਗਿਆ ਹੈ। ਦੁਨੀਆ ਦੇ ਵਿੱਚ 40 ਤੋਂ 50% ਲੋਕ ਨੇ ਜਿਹੜੇ ਪਰਮਾਤਮਾ ਨੂੰ ਮੰਨਦੇ ਨਹੀਂ। ਮਤਲਬ ਕਿ ਉਹਨਾਂ ਦੇ ਮਨਾਂ ਚੋਂ ਪਰਮਾਤਮਾ ਹੀ ਲੈ ਗਿਆ ਹੈ। ਯਾਦ ਰੱਖਣਾ ਸਾਧ ਸੰਗਤ, ਦੁਨੀਆ ਦੇ ਮਨ ਚੋਂ ਲੈ ਜਾਣਾ ਕੋਈ ਵੱਡੀ ਗੱਲ ਨਹੀਂ। ਜਿਸ ਦਿਨ ਕਿਸੇ ਦੇ ਖਿਲਾਫ, ਜਿਸ ਦਿਨ ਕਿਸੇ ਦੀ ਕੋਈ ਇੱਛਾ ਪੂਰਤੀ ਤੁਸੀਂ ਨਹੀਂ ਕਰੋਗੇ, ਉਸ ਦਿਨ ਹੀ ਦੁਨੀਆ ਦੇ ਮਨ ਦੇ ਵਿੱਚੋਂ ਲੈ ਜਾਓਗੇ। ਉਸ ਦਿਨ ਪਰਿਵਾਰ ਦੇ ਮਨ ਵਿੱਚੋਂ ਮਨੁੱਖ ਲੈ ਜਾਂਦਾ ਹੈ, ਜਿਸ ਦਿਨ ਪਰਿਵਾਰ ਨੂੰ ਕਮਾ ਕੇ ਖਵਾਉਣਾ ਬੰਦ ਕਰ ਦੇਵੇ। ਉਸ ਦਿਨ ਮਨੁੱਖ ਪਰਿਵਾਰ ਦੇ ਮਨ ਚੋਂ ਲੈ ਜਾਂਦਾ ਹੈ, ਜਿਸ ਦਿਨ ਮੰਜੀ 'ਚ ਪੈ ਜਾਵੇ। 2-4 ਸਾਲ ਪਿਆ ਰਹੇ, 5-7 ਸਾਲਾਂ ਬਾਅਦ ਲੋਕੀ ਮਨ ਚੋਂ ਲੈਣਾ ਸ਼ੁਰੂ ਹੋ ਜਾਂਦਾ। ਇਸ ਕਰਕੇ ਲੋਕਾਂ ਦੇ ਮਨ ਚੋਂ ਲੈ ਜਾਣਾ ਕੋਈ ਵੱਡੀ ਗੱਲ ਨਹੀਂ। ਆਪ ਜੀ ਜੇ 70 ਸਾਲ ਦੀ ਜ਼ਿੰਦਗੀ ਜੀਓਗੇ, 70 ਸਾਲ ਦੇ ਵਿੱਚ ਬੜੀ ਵਾਰੀ ਕਈਆਂ ਦੇ ਮਨਾਂ ਚੋਂ ਲਾਓਗੇ, ਜਦੋਂ ਉਹਨਾਂ ਨੂੰ ਕੋਈ ਵਸਤੂ ਦੇਂਗੇ ਫਿਰ ਉਹਨਾਂ ਦੇ ਮਨ 'ਚ ਸਤਿਕਾਰ ਬਣ ਜਾਂਦਾ ਹੈ। ਉਹੀ ਲੋਕ ਜਿਹੜੇ ਲੜਦੇ ਸਨ, ਉਹੀ ਲੋਕ ਫਿਰ ਸਤਿਕਾਰ ਕਰਨ ਲੱਗ ਜਾਂਦੇ ਨੇ। ਮਨ ਚੋਂ ਲੈ ਜਾਣਾ ਕੋਈ ਵੱਡੀ ਗੱਲ ਨਹੀਂ। ਬਸ ਇੱਕ ਗੱਲ ਯਾਦ ਰੱਖਣੀ ਹੈ, ਪਰਮਾਤਮਾ ਦੁਨੀਆ ਦੇ ਮਨਾਂ ਚੋਂ 70 ਵਾਰੀ ਲਾ। ਇਹਨੂੰ ਕਬੀਰ ਜੀ ਕਹਿੰਦੇ ਨੇ, ਹਮ ਅਪਤ ਹੈ ਆਪਣੀ ਪਤ ਖੋਈ, ਹਮਰੀ ਖੋਜ ਪਰੋ ਮਤ ਕੋਈ। ਕਹਿੰਦੇ ਹੈ ਪਰਮਾਤਮਾ ਬਸ ਐਸਾ ਕੰਮ ਨਾ ਕਰਾਈ, ਹੈ ਗੁਰੂ ਐਸਾ ਕੰਮ ਨਾ ਕਰਾਈ, ਇੱਕ ਦਿਨ ਤੇਰੇ ਮਨ ਚੋਂ ਮੈਂ ਲੈ ਜਾਵਾਂ। ਜਿਸ ਦਿਨ ਗੁਰੂ ਦੇ ਮਨ ਚੋਂ, ਪਰਮਾਤਮਾ ਦੇ ਮਨ ਚੋਂ ਮਨੁੱਖ ਲੈ ਗਿਆ, ਉਸ ਦਿਨ ਬਾਣੀ ਕਹਿੰਦੀ ਨਾਰਾਇਣ ਲਿਆ ਨਾ ਠੁੰਗੜਾ, ਪੈਰ ਕਿੱਥੇ ਰੱਖਿਆ। ਕਹਿੰਦੇ ਜਿਸ ਦਿਨ ਮਨੁੱਖ ਪਰਮਾਤਮਾ ਦੇ ਮਨ ਦੇ ਵਿੱਚੋਂ ਲੈ ਜਾਂਦਾ ਹੈ, ਕਹਿੰਦੇ ਯਾਦ ਰੱਖੀ ਉਸ ਦਿਨ ਜਿਸ ਦਿਨ ਪਰਮਾਤਮਾ ਨੇ ਠੇਡਾ ਮਾਰਨਾ ਹੈ, ਦੁਨੀਆ ਤੇ ਕਿਹੜੀ ਥਾਂ ਤੇ ਪੈਰ ਰੱਖੇਗਾ। ਕਰਦਾ ਪਾਪ ਅਮਿਤਿਆ ਨਿਤ ਵਿਸੋ ਚੱਖੈ, ਹਮੇਸ਼ਾ ਜ਼ਹਿਰ ਰੂਪੀ ਮਾੜੇ ਕਰਮ ਉਹ ਖਾਂਦਾ ਰਹਿੰਦਾ ਹੈ। ਜ਼ਹਿਰ ਰੂਪੀ ਮਾੜੇ ਕਰਮਾਂ ਦਾ ਜ਼ਹਿਰ ਉਸ ਦੀਆਂ ਰਗਾਂ ਵਿੱਚ ਦੌੜਦਾ ਰਹਿੰਦਾ ਹੈ। ਰਾਗ ਦਾ ਜ਼ਹਿਰ, ਈਰਖਾ ਦਾ ਜ਼ਹਿਰ, ਦਵੈਖ ਦਾ ਜ਼ਹਿਰ, ਹਉਮੈ ਦਾ ਜ਼ਹਿਰ ਉਸ ਦੀਆਂ ਰਗਾਂ ਵਿੱਚ ਦੌੜਦਾ। ਸਾਧ ਸੰਗਤ ਜਿਹਦੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਹੈ। ਇਸ ਕਰਕੇ ਬਾਣੀ ਕਹਿੰਦੀ ਹੈ ਜਿਹੜੇ ਕਰਮ ਕਰਦਿਆਂ ਵੀ ਨੇਕਰਮ ਰਹਿੰਦੇ ਨੇ, ਬਾਣੀ ਕਹਿੰਦੀ ਉਹਨਾਂ ਦਾ ਕਰਮ ਕੀਤਾ ਵੀ ਪਵਿੱਤਰ ਹੈ। ਕਰਮ ਕਰਨ ਦੇ ਨਾਲ ਨੇਕਰਮ ਰਹਿੰਦੇ ਨੇ, ਉਹਨਾਂ ਦਾ ਕੀਤਾ ਹੋਇਆ ਦਾਨ ਵੀ ਫਲੀਭੂਤ ਹੁੰਦਾ ਹੈ। ਜਿਹੜੇ ਕਰਮ ਕਰਦਿਆਂ ਨੇਕਰਮ ਰਹਿੰਦੇ ਨੇ, ਉਹਨਾਂ ਦਾ ਕਥਾ ਕੀਰਤਨ ਸਾਰਾ ਕੁਝ ਹੀ ਫਲੀਭੂਤ ਹੁੰਦਾ ਹੈ। ਉਹਨਾਂ ਦਾ ਸੁਣਿਆ ਵੀ ਫਲੀਭੂਤ ਹੁੰਦਾ ਹੈ। ਅੱਗੇ ਮਹਾਰਾਜ ਜੀ ਕਹਿੰਦੇ ਨੇ, ਕਾਹੂ ਫਲ ਕੀ ਇੱਛਾ ਨਹੀਂ ਬਾਛੈ, ਕੇਵਲ ਭਗਤ ਕੀਰਤਨ ਸੰਗਰਾਚੈ। ਜਿਸ ਦਿਨ ਨੇਕਰਮ ਹੋ ਜਾਂਦਾ ਹੈ, ਉਸ ਮਨੁੱਖ ਹਮੇਸ਼ਾ ਪਰਮਾਤਮਾ ਦੇ ਅੱਗੇ ਸਿਰਫ ਇਹੀ ਇੱਛਾ ਰੱਖਦਾ ਹੈ, ਹੇ ਪਰਮਾਤਮਾ ਮੇਰੀ ਕੋਈ ਹੋਰ ਇੱਛਾ ਨਹੀਂ, ਮੈਨੂੰ ਆਪਣੀ ਬੰਦਗੀ ਬਖਸ਼, ਮੈਨੂੰ ਆਪਣੀ ਕੀਰਤੀ ਬਖਸ਼, ਮੈਨੂੰ ਆਪਣਾ ਇਹੀ ਫਲ ਬਖਸ਼, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾਲ। ਅੰਦਰ ਮਨ ਤੇ ਤਨ ਦੇ ਵਿੱਚ, ਤਨ ਥਾਣੀ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਮਨ ਦੇ ਵਿੱਚ ਵਾਹਿਗੁਰੂ ਦੀ ਵਿਚਾਰ ਚੱਲਦੀ ਹੈ। ਐਸਾ ਮਨੁੱਖ ਸਾਰਿਆਂ ਤੇ ਦਿਆਲ ਹੁੰਦਾ ਹੈ, ਕਿਸੇ ਦਾ ਦੁੱਖ ਨਹੀਂ ਵੇਖ ਸਕਦਾ। ਸਭ ਉੱਪਰ ਹੋਵਤ ਕਿਰਪਾਲ, ਆਪ ਦ੍ਰਿੜ ਹੈ ਅਵਰਹ ਨਾਮ ਜਪਾਵੈ, ਨਾਨਕ ਉਹ ਬੈਸਨੋ ਪਰਮਗਤ ਪਾਵੈ। ਗੁਰੂ ਜੀ ਕਹਿੰਦੇ ਆਪ ਨਾਮ ਨੂੰ ਦ੍ਰਿੜੇ ਤੇ ਦੂਜਿਆਂ ਨੂੰ ਵੀ ਨਾਮ ਜਪਾਏ। ਸਾਧ ਸੰਗਤ ਯਾਦ ਰੱਖਣਾ ਇਹ ਮੌਕੇ ਨੇ, ਜਿਵੇਂ ਆਪ ਸਾਹਿਬਜ਼ਾਦਿਆਂ ਦਾ ਆਪਾਂ ਪ੍ਰਕਾਸ਼ ਪੁਰਬ ਸ਼ਹੀਦੀ ਦਿਹਾੜਾ ਮਨਾਉਂਦੇ ਆ, ਜਾਂ ਜਿੰਨੇ ਵੀ ਐਸੇ ਮੌਕੇ ਹੁੰਦੇ ਨੇ, ਆਪ ਵੀ ਨਾਮ ਜਪਣਾ ਚਾਹੀਦਾ ਹੈ, ਹੋਰਾਂ ਨੂੰ ਵੀ ਜਪਾਉਣਾ, ਪ੍ਰੇਰਿਤ ਕਰਨਾ ਚਾਹੀਦਾ ਹੈ। ਮੂਲ ਮੰਤਰ ਲਈ ਪ੍ਰੇਰਿਤ ਕਰੀਏ, ਆਖੇ ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪ, ਆਪ ਪਰਮੇਸ਼ਰ ਦਾ ਨਾਮ ਜਪ, ਦੂਜੇ ਨੂੰ ਵੀ ਸਤ ਸੰਗਤ ਵਿੱਚ ਲੈ ਕੇ ਆਉਣਾ।
ਸਭ ਤੋਂ ਵੱਡਾ ਕਰਮ ਹੈ ਸਾਧ ਸੰਗਤ। ਸਤ ਸੰਗਤ ਦੇ ਵਿੱਚ ਆਪ ਆਉਣਾ ਤੇ ਦੂਸਰੇ ਨੂੰ ਸਤ ਸੰਗਤ ਵਿੱਚ ਲੈ ਕੇ ਆਉਣਾ ਬਹੁਤ ਵੱਡਾ ਕਰਮ ਹੈ। ਆਪ ਜਪਿਆ, ਆਪਣਾ ਭਲਾ ਹੋਇਆ, ਨਾਲ ਦੂਜੇ ਦਾ ਭਲਾ ਕਰਾਉਣਾ, ਇਹ ਸਭ ਤੋਂ ਵੱਡੀ ਦਇਆ ਹੈ। ਔਰ ਸਾਧ ਸੰਗਤ ਪਤਾ ਨਹੀਂ ਕਿਹੜੀ ਗੱਲ ਸਤ ਸੰਗਤ ਵਿੱਚ ਕਿਹਨੂੰ ਕਿਵੇਂ ਚੁੱਭ ਜਾਣੀ ਹੈ ਔਰ ਕਿਵੇਂ ਜ਼ਿੰਦਗੀ ਵਿੱਚ ਕ੍ਰਾਂਤੀ ਵਾਪਰ ਜਾਣੀ ਹੈ, ਇਹ ਕੋਈ ਪਤਾ ਨਹੀਂ। ਬਾਣੀ ਕਹਿੰਦੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਕੋਈ ਪਤਾ ਨਹੀਂ ਕਿਹੜਾ ਕਰਮ ਕਦੋਂ ਜਾਗਣਾ ਹੈ, ਕਿਹੜੀ ਚੀਜ਼ ਗੁਰੂ ਦੀ ਦੱਸੀ ਹੋਈ ਕਿਹੜੀ ਪੰਕਤੀ ਮਨੁੱਖ ਦੇ ਅੰਦਰ ਸੱਟ ਕਰ ਜਾਣੀ ਹੈ, ਬੰਦਗੀ ਕਰਨ ਲੱਗ ਜਾਏਗਾ। ਜਿਵੇਂ ਮਨੁੱਖ ਬੰਦਗੀ ਕਰਦਾ ਹੈ ਸਾਧ ਸੰਗਤ ਕਰਮ ਬਦਲਣੇ ਸ਼ੁਰੂ ਹੋ ਜਾਂਦੇ ਨੇ। ਬੰਦਗੀ ਤੋਂ ਬਿਨਾਂ ਕਰਮ ਨਹੀਂ ਬਦਲਦੇ। ਗੁਰੂ ਜੀ ਕਿਰਪਾ ਕਰਨ। ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਵੀ ਆ ਰਿਹਾ ਹੈ। ਅੱਜ ਦੂਜੀ ਰਾਤ ਜਿਹੜੀ ਉਹਨਾਂ ਨੂੰ ਸੂਬੇ ਦੀ ਕਚਹਿਰੀ ਵਿੱਚ ਹੋਏਗੀ। ਮੇਰਾ ਵੈਸੇ ਅੱਜ ਮਨ ਸੀ ਆਪਾਂ ਉਹਨਾਂ ਦਾ ਉਹ ਇਤਿਹਾਸ ਵੀ ਦੱਸੀਏ, ਪਰ ਕੱਲ ਨੂੰ ਗੁਰੂ ਜੀ ਕਿਰਪਾ ਕਰਨ ਆਪਾਂ ਥੋੜਾ, ਕਿਉਂਕਿ ਬੱਚੇ ਨੇ ਔਰ ਮੈਂ ਥੋੜਾ ਜਿਹਾ ਸੰਖੇਪ ਬੇਨਤੀ ਕਰਦਾ, ਕੱਲ ਨੂੰ ਇਹਦੇ ਉੱਤੇ ਬੇਨਤੀ ਕਰਾਂਗੇ। 3 ਚੀਜ਼ਾਂ ਦੇ ਨਾਲ ਬੱਚੇ ਨੂੰ ਭਰਮਾਇਆ ਜਾਂਦਾ ਹੈ। ਜਾਂ ਬੱਚੇ ਨੂੰ ਲਾਲਚ ਦਿਓ ਮਾਇਆ ਦਾ, ਜਾਂ ਬੱਚੇ ਨੂੰ ਡਰ ਪਾਓ, ਜਾਂ ਤੀਜੀ ਗੱਲ ਇਮੋਸ਼ਨਲੀ ਟੱਚ। ਜਿਵੇਂ ਬੱਚਿਆਂ ਨੂੰ ਕਿਹਾ ਗਿਆ ਤੁਹਾਡੇ ਪਿਤਾ ਨੂੰ ਮਾਰ ਦਿੱਤਾ ਗਿਆ ਹੈ। ਇਹ 3 ਤਰੀਕੇ ਹੁੰਦੇ ਨੇ ਇੱਕ ਬੱਚੇ ਨੂੰ ਭਰਮਾਉਣ ਦੇ। ਆਪਾਂ ਕੱਲ ਨੂੰ ਇਸ ਤੇ ਪੂਰੀ ਸੰਖੇਪ ਦੇ ਵਿੱਚ ਅੱਜ ਗੱਲ ਕਰੀ ਹੈ। ਕੱਲ ਨੂੰ ਇੱਕ ਇੱਕ ਪੁਆਇੰਟ ਦੇ ਉੱਤੇ ਅਸੀਂ ਬੜੀ ਚੰਗੀ ਤਰ੍ਹਾਂ ਨਾਲ ਗੱਲ ਕਰਾਂਗੇ। ਗੁਰੂ ਜੀ ਕਿਰਪਾ ਕਰਨ। ਆਪ ਸਭ ਨੂੰ ਨਾਮ ਦੀ ਦਾਤ, ਦੇਹ ਅਰੋਗਤਾ ਦੀ ਦਾਤ ਬਖਸ਼ਣ। ਆਪ ਜੀ ਇਵੇਂ ਹੀ ਸਤ ਸੰਗਤ ਵਿੱਚ ਆ ਕੇ ਆਪਣੇ ਜੀਵਨ ਦੇ ਜਿਹੜੇ ਅਮੋਲਕ ਸਵਾਸ ਨੇ ਉਹਨਾਂ ਨੂੰ ਸਫਲ ਕਰਦੇ ਰਹੋ। ਪਰਮੇਸ਼ਰ ਦੀ ਬੰਦਗੀ, ਪਰਮਾਤਮਾ ਦਾ ਨਾਮ ਜਪ ਕੇ ਇਹ ਲੋਕ ਸੁਖੀਏ, ਪਰਲੋਕ ਸੁਹੇਲੇ। ਇਹ ਜਨਮ ਵੀ ਸਫਲ, ਆਉਣ ਵਾਲਾ ਸਮਾਂ ਵੀ ਸਫਲ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ